गुड मॉर्निंग बच्चों। ਆਪਾਂ ਪਿਛਲੀ ਕਲਾਸ ਵਿੱਚ ਚੈਪਟਰ ਕਰ ਰਹੇ ਸੀ ਐਗਜ਼ੈਂਪਟਡ ਇਨਕਮ ਕਰ ਮੁਕਤ ਆਮਦਨ। ਠੀਕ ਹੈ ਜੀ। ਉਹਦੇ 'ਚ ਆਪਾਂ ਪਿੱਛੇ 2 ਪੁਆਇੰਟਸ ਕੀਤੇ ਸੀ। ਪੁਆਇੰਟ 1 ਖੇਤੀਬਾੜੀ ਆਮਦਨੀ ਅਤੇ ਦੂਸਰਾ HUF ਦਾ। ਅੱਜ ਆਪਾਂ ਥਰਡ ਪੁਆਇੰਟ ਕਰਾਂਗੇ। ਥਰਡ ਪੁਆਇੰਟ ਹੈ ਫਰਮ ਤੋਂ ਆਉਣ ਵਾਲੀ ਕਮਾਈ ਦਾ ਹਿੱਸਾ। ਠੀਕ ਹੈ। ਇੱਧਰ ਦੇਖੋ, ਹੁਣ ਮੈਂ ਤੁਹਾਨੂੰ ਸਮਝਾਉਂਦੀ ਹਾਂ ਇਹਦੇ ਵਿੱਚ ਹੁੰਦਾ ਕੀ ਹੈ। ਇਹ ਵੀ ਬਿਲਕੁਲ ਸੇਮ HUF ਵਰਗਨ ਹੈਗਾ ਵੈ ਪੁਆਇੰਟ। ਥਰਡ ਪੁਆਇੰਟ ਕੀ ਹੈ, ਆਪਾਂ ਇੱਕ ਫਰਮ ਖੋਲ੍ਹੀ ਆ। ਫਰਮ ਕਿੰਨੇ ਬੰਦਿਆਂ ਨਾਲ ਖੁੱਲ੍ਹਦੀ ਹੈ? ਘੱਟੋ ਘੱਟ 2 ਬੰਦਿਆਂ ਨਾਲ, ਮਿਨੀਮਮ 2 ਪਰਸਨ। ਠੀਕ ਹੈ ਜੀ। 2 ਤੋਂ ਵੱਧ ਸਪੋਜ਼ ਕਰ ਲਓ ਮਿਸਟਰ A ਹੈ, ਮਿਸਟਰ B ਹੈ ਅਤੇ ਮਿਸਟਰ C ਹੈ। ਇਹ 3 ਬੰਦਿਆਂ ਨੇ ਕੀ ਕੀਤਾ ਹੈ? ਫਰਮ ਖੋਲ੍ਹੀ ਹੈ। ਇਹਨਾਂ ਨੇ ਕੀ ਕੀਤਾ? ਇੱਕ ਕੰਮ ਸ਼ੁਰੂ ਕਰਤਾ ਤਿੰਨਾਂ ਨੇ ਮਿਲ ਕੇ। ਠੀਕ ਹੈ। ਸਪੋਜ਼ ਕਰੋ ਇਹਨਾਂ ਨੇ ਇੱਕ ਸ਼ੌਪ ਖੋਲ੍ਹੀ ਕੱਪੜੇ ਦੀ। ਠੀਕ ਹੈ ਜੀ। ਰੈਡੀਮੇਡ ਗਾਰਮੈਂਟ ਦੀ। ਰੈਡੀਮੇਡ ਗਾਰਮੈਂਟ ਦੀ ਇਹਨਾਂ ਨੇ ਕੀ ਕੀਤੀ ਹੈ? ਇੱਕ ਸ਼ੌਪ ਖੋਲ੍ਹੀ ਹੈ। ਸ਼ੌਪ ਖੋਲ੍ਹਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ? ਇਹਨਾਂ ਨੂੰ ਪ੍ਰੋਫਿਟ ਹੋਇਆ 1.5 ਲੱਖ ਰੁਪਏ ਦਾ। ਕਿੰਨਾ ਪ੍ਰੋਫਿਟ ਹੋਇਆ? 1.5 ਲੱਖ ਰੁਪਇਆ। ਠੀਕ ਹੈ। ਜੋ ਵੀ ਫਰਮ ਨੇ ਕਮਾਈ ਕੀਤੀ, ਪ੍ਰੋਫਿਟ ਕਿੰਨਾ ਹੋ ਗਿਆ ਇਹਨਾਂ ਨੂੰ? 1.5 ਲੱਖ। ਹੁਣ ਇਹ 1.5 ਲੱਖ ਕਿਹਨਾਂ ਨੂੰ ਮਿਲਿਆ? ਪਾਰਟਨਰਸ ਨੂੰ ਮਿਲਿਆ, A, B ਅਤੇ C। A, B ਅਤੇ C ਕਿੰਨਾ ਕਿੰਨਾ ਮਿਲਿਆ? 50,000 ਰੁਪਇਆ ਇਹਨਾਂ ਨੂੰ ਤਿੰਨਾਂ ਨੂੰ ਮਿਲ ਗਿਆ। ਹੁਣ ਜੋ ਵੀ ਹਿੱਸਾ, ਜੋ ਵੀ ਇਨਕਮ ਫਰਮ ਦੁਆਰਾ ਪਾਰਟਨਰਸ ਨੂੰ ਦਿੱਤੀ ਜਾ ਰਹੀ ਹੈ, ਫਰਮ ਦੁਆਰਾ ਪਾਰਟਨਰਸ ਨੂੰ ਦਿੱਤੀ ਜਾ ਰਹੀ ਹੈ, ਜਿਹੜਾ ਵੀ ਹਿੱਸਾ ਪਾਰਟਨਰ ਨੂੰ ਮਿਲੇਗਾ, ਜਿਹੜਾ ਵੀ ਹਿੱਸਾ ਪਾਰਟਨਰ ਨੂੰ ਮਿਲੇਗਾ ਉਹ ਕੀ ਹੋਏਗਾ? ਐਗਜ਼ੈਂਪਟ। ਉਹ ਕੀ ਹੋਏਗਾ? ਐਗਜ਼ੈਂਪਟ। ਠੀਕ ਹੈ ਜੀ। ਯਾਨੀ ਕਿ ਅਗਰ ਇਹ ਜਦੋਂ ਵੀ ਆਪਣੀ ਇਨਕਮ ਕੱਢੇਗਾ ਉਹਦੇ ਵਿੱਚ ਜਿਹੜਾ 50,000 ਰੁਪਇਆ ਉਹਨੂੰ ਮਿਲਿਆ ਵੈ ਉਹ ਕੀ ਹੋਏਗਾ? ਟੈਕਸ ਫਰੀ। ਉਹਦੇ ਤੋਂ ਉੱਪਰ ਕੋਈ ਵੀ ਟੈਕਸ ਨਹੀਂ ਲੱਗੇਗਾ। ਠੀਕ ਹੈ ਜੀ। ਲੱਗ ਗਈ ਸਮਝ? ਇੱਕ ਵਾਰ ਮੈਂ ਦੁਬਾਰਾ ਕਰਾ ਦਿੰਦੀ ਹਾਂ। ਅਗਰ ਫਰਮ ਕੀ ਕਰਦੀ ਹੈ? ਕੋਈ ਵੀ ਬਿਜ਼ਨਸ ਕਰਦੀ ਹੈ। ਫਰਮ ਨੇ ਕੋਈ ਕੰਮ ਸ਼ੁਰੂ ਕੀਤਾ, ਕੰਮ ਤੋਂ ਅਗਰ ਉਹਨੂੰ ਕੋਈ ਪ੍ਰੋਫਿਟ ਹੁੰਦਾ, ਭਾਵੇਂ ਕੋਈ ਪ੍ਰੋਫਿਟ ਹੁੰਦਾ, ਭਾਵੇਂ ਕੋਈ ਉਹਨੂੰ ਲੋਸ ਹੁੰਦਾ। ਅਗਰ ਪ੍ਰੋਫਿਟ ਹੋ ਰਿਹਾ, ਪ੍ਰੋਫਿਟ ਪਾਰਟਨਰਸ ਵਿੱਚ ਵੰਡਿਆ ਜਾਏਗਾ। ਅਗਰ ਪਾਰਟਨਰਸ ਵਿੱਚ ਵੰਡਿਆ ਜਾਂਦਾ ਵੈ ਅਤੇ ਜਿੰਨਾ ਵੀ ਪ੍ਰੋਫਿਟ ਹੋਏਗਾ ਪਾਰਟਨਰ ਦੇ ਹੱਥ ਵਿੱਚ ਕੀ ਹੋਏਗਾ? ਐਗਜ਼ੈਂਪਟ ਹੋਏਗਾ। ਕਿਉਂ? ਕਿਉਂਕਿ ਇਸ ਪ੍ਰੋਫਿਟ ਦੇ ਉੱਪਰ ਜਿਹੜਾ ਟੈਕਸ ਲੱਗੇਗਾ ਉਹ ਕੌਣ ਭਰੇਗਾ? ਫਰਮ ਭਰੇਗੀ। ਇਹ ਟੈਕਸ ਕੀ ਕਹਿੰਦੇ? ਇਸ ਪ੍ਰੋਫਿਟ ਉੱਪਰ ਟੈਕਸ ਕੌਣ ਭਰੇਗਾ? ਟੈਕਸ ਕੌਣ ਭਰੇਗਾ? ਫਰਮ ਭਰੇਗੀ। ਜਦੋਂ ਫਰਮ ਨੇ ਟੈਕਸ ਭਰਤਾ, ਕਿਆ ਪਾਰਟਨਰ ਦੁਬਾਰਾ ਟੈਕਸ ਭਰੇਗਾ? ਨਹੀਂ। ਜਿਹੜਾ ਪਾਰਟਨਰ ਹੈ ਉਹ ਦੁਬਾਰਾ ਟੈਕਸ ਨਹੀਂ ਭਰੇਗਾ, ਕਿਉਂਕਿ 2 ਵਾਰ ਟੈਕਸ ਲੱਗ ਜਾਏਗਾ। ਇੱਕ ਵਾਰ ਫਰਮ ਨੇ ਵੀ ਦੇ ਦਿੱਤਾ ਅਤੇ ਦੂਜੀ ਵਾਰ ਪਾਰਟਨਰ ਵੀ ਦੇਵੇ। ਕਿਉਂ? ਇੱਦਾਂ ਕੀ ਹੁੰਦਾ? ਅਗਰ ਇੱਕ ਬੰਦਾ ਟੈਕਸ ਦੇ ਦਿੰਦਾ ਅਤੇ ਦੂਜੇ ਬੰਦੇ ਨੂੰ ਟੈਕਸ ਦੇਣ ਦੀ ਲੋੜ ਨਹੀਂ ਪੈਂਦੀ। ਠੀਕ ਹੈ ਜੀ। ਹੁਣ ਇੱਥੇ ਕੀ ਲਿਖਿਆ? ਫਰਮ ਤੋਂ ਆਉਣ ਵਾਲੀ ਕਮਾਈ ਦਾ ਹਿੱਸਾ। ਸੈਕਸ਼ਨ 10 ਸਬ ਸੈਕਸ਼ਨ 2A ਦੇ ਅਨੁਸਾਰ ਇੱਕ ਫਰਮ ਦੁਆਰਾ ਇੱਕ ਹਿੱਸੇਦਾਰ ਦੁਆਰਾ ਪ੍ਰਾਪਤ ਕੀਤੇ ਮੁਨਾਫੇ ਦਾ ਹਿੱਸਾ ਹਿੱਸੇਦਾਰ ਦੇ ਹੱਥ ਵਿੱਚ ਕਰ ਤੋਂ ਛੋਟਯੋਗ ਹੈ। ਯਾਨੀ ਕਿ ਅਗਰ ਫਰਮ ਕੀ ਕਰਦੀ ਹੈ? ਆਪਣਾ ਪ੍ਰੋਫਿਟ ਕਿਹਨੂੰ ਵੰਡਦੀ ਹੈ? ਪਾਰਟਨਰ ਨੂੰ ਵੰਡਦੀ ਹੈ ਅਤੇ ਪਾਰਟਨਰ ਦੇ ਹੱਥ ਵਿੱਚ ਉਹ ਜਿਹੜਾ ਪ੍ਰੋਫਿਟ ਹੋਏਗਾ ਕੀ ਹੋਏਗਾ? ਟੈਕਸ ਫਰੀ ਹੋਏਗਾ। ਠੀਕ ਹੈ ਜੀ। ਬਸ ਇੰਨਾ ਹੀ ਕਰਨ ਦੀ ਲੋੜ ਹੈ। ਇਸ ਤੋਂ ਬਾਅਦ APO ਦੇ ਉੱਪਰ ਇਹ ਪੂਰਾ ਪੇਜ ਦਿੱਤਾ ਹੋਇਆ ਵੈ, ਪੂਰਾ ਪੇਜ ਕਰਨ ਦੀ ਲੋੜ ਨਹੀਂ ਹੈ। ਇਹਦਾ ਵੀ ਇੱਕ ਬਿਲਕੁਲ ਹੀ ਸਿੰਪਲ ਪੁਆਇੰਟ ਹੈਗਾ ਵੈ। ਇਹਦਾ ਸਿੰਪਲ ਪੁਆਇੰਟ ਕੀ ਹੈ ਉਹ ਵੀ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ। APO ਦੇ ਮੈਂਬਰਾਂ ਦੁਆਰਾ ਪ੍ਰਾਪਤ ਕੀਤੀ ਗਈ ਆਮਦਨੀ ਦੇ ਹਿੱਸਾ। ਹੁਣ ਇਹ ਵੀ ਸੇਮ ਕੇਸ ਉੱਦਾਂ ਹੀ ਹੈ ਜਿੱਦਾਂ ਫਰਮ ਦਾ ਕੇਸ ਹੈ। ਹੁਣ ਫਰਮ ਦੇ ਕੇਸ ਵਿੱਚ ਕੀ ਹੈਗਾ ਵੈ? ਇੱਧਰ ਦੇਖੋ, ਸੇਮ ਇੱਦਾਂ AOP ਹੈ। AOP ਨੇ ਕੋਈ ਕੰਮ ਸ਼ੁਰੂ ਕੀਤਾ। ਇਹਦੇ 'ਚ 3 ਬੰਦੇ ਹੈਗੇ ਆ, D, E ਅਤੇ F। ਇਹਨਾਂ ਨੇ ਕੋਈ ਕੰਮ ਸ਼ੁਰੂ ਕੀਤਾ। ਸਪੋਜ਼ ਕਰੋ ਇਹਨਾਂ ਨੇ ਕੋਈ ਉਹਨਾਂ ਦੀ ਕੰਮ ਸ਼ੁਰੂ ਮੋਬਾਈਲ ਦਾ ਕੋਈ ਕੰਮ ਕੀਤਾ। ਇਹ 3 ਪਾਰਟਨਰ ਹੈਗੇ ਆ। ਇਹਨਾਂ ਨੂੰ AOP ਨੂੰ ਕੋਈ ਪ੍ਰੋਫਿਟ ਹੁੰਦਾ ਪਿਆ। ਪ੍ਰੋਫਿਟ ਹੋ ਗਿਆ ਸਪੋਜ਼ ਕਰੋ 2 ਲੱਖ ਰੁਪਇਆ। ਠੀਕ ਹੈ। 2 ਲੱਖ ਰੁਪਇਆ ਇਹਨਾਂ ਨੂੰ ਪ੍ਰੋਫਿਟ ਹੋਇਆ। ਜਦੋਂ ਇਹ ਪ੍ਰੋਫਿਟ AOP ਨੇ ਪ੍ਰੋਫਿਟ ਕਮਾਇਆ, ਪ੍ਰੋਫਿਟ ਕਮਾਉਣ ਤੋਂ ਬਾਅਦ AOP ਕੀ ਕਰੇਗੀ? ਇਹਦੇ ਉੱਪਰ ਟੈਕਸ ਭਰੇਗੀ। AOP ਨੇ ਟੈਕਸ ਭਰਤਾ। ਟੈਕਸ ਭਰਨ ਤੋਂ ਬਾਅਦ ਇਹ ਜਿਹੜਾ ਪ੍ਰੋਫਿਟ ਹੈਗਾ ਵਾ ਕਿੰਨਾ ਵਿੱਚ ਵੰਡਿਆ ਜਾਏਗਾ? D, E ਅਤੇ F ਵਿੱਚ। ਕਿੰਨਾ ਕਿੰਨਾ ਆ ਜਾਂਦਾ? 60,000 ਰੁਪਇਆ ਆ ਜਾਂਦਾ ਸਾਰਿਆਂ ਵਿੱਚ, ਸਪੋਜ਼ ਕਰ ਲਓ। ਠੀਕ ਹੈ। ਅਗਰ ਇਹ ਆ ਜਾਂਦਾ, ਠੀਕ ਹੈ ਜੀ, ਅਤੇ ਇਹ ਜਿੰਨਾ ਵੀ ਪ੍ਰੋਫਿਟ ਹੋਏਗਾ, ਇਹ ਜਿੰਨੇ ਵੀ ਪਾਰਟਨਰਸ ਹੈਗੇ ਆ AOP ਦੇ ਹੱਥ ਵਿੱਚ ਕੀ ਹੋ ਜਾਏਗਾ? ਟੈਕਸ ਫਰੀ। ਕੀ ਹੋ ਜਾਏਗਾ? ਟੈਕਸ ਫਰੀ। ਠੀਕ ਹੈ ਜੀ।
ਲੱਗ ਗਈ ਸਮਝ। ਸੇਮ ਕੇਸ ਇੱਦਾਂ ਹੀ ਹੈ, ਇੱਥੇ ਫਰਮ ਹੈ, ਇੱਥੇ AOP ਹੈ। ਪਾਰਟਨਰਸ ਦੇ ਹੱਥ ਵਿੱਚ ਜਦੋਂ ਵੀ ਕੋਈ ਇਹਨਾਂ ਨੂੰ ਪ੍ਰੋਫਿਟ ਆਏਗਾ, ਜਦੋਂ AOP ਟੈਕਸ ਭਰ ਲਏਗੀ ਤੇ ਪਾਰਟਨਰਸ ਦੇ ਹੱਥ ਵਿੱਚ ਉਹ ਇਨਕਮ ਕੀ ਹੋ ਜਾਏਗੀ, ਟੈਕਸ ਫ੍ਰੀ। ਠੀਕ ਹੈ ਜੀ, ਇਹਦੇ ਵਿੱਚ ਵੀ ਇਹੀ ਪੁਆਇੰਟ ਹੈ। ਅੱਗੇ ਹੈ ਭਾਰਤੀ ਕੰਪਨੀ ਦੁਆਰਾ ਦਿੱਤੇ ਲਾਭ ਅੰਸ਼ ਦੀ ਆਮਦਨ ਤੋਂ ਆਮਦਨ। ਕੰਪਨੀ ਦਾ ਪੁਆਇੰਟ ਵੀ ਸੇਮ ਹੈ, ਮੈਂ ਤੁਹਾਨੂੰ ਪਹਿਲੇ ਵੀ ਕਰਾਇਆ ਹੋਇਆ ਵੈ। ਇੱਧਰ ਦੇਖੋ ਕੰਪਨੀ ਦਾ ਪੁਆਇੰਟ ਕੀ ਕਹਿੰਦਾ ਹੈ। ਹੁਣ ਕੰਪਨੀ ਹੈ, ਕੰਪਨੀ ਜਦੋਂ ਪ੍ਰੋਫਿਟ ਵੰਡਦੀ ਹੈ, ਕੰਪਨੀ ਜਦੋਂ ਵੀ ਪ੍ਰੋਫਿਟ ਵੰਡਦੀ ਹੈ ਉਸ ਪ੍ਰੋਫਿਟ ਨੂੰ ਆਪਾਂ ਕੀ ਕਹਿੰਦੇ ਆ, ਡਿਵੀਡੈਂਡ। ਜਦੋਂ ਵੀ ਕੰਪਨੀ ਡਿਵੀਡੈਂਡ ਵੰਡਦੀ ਹੈ, ਕਿਹਨੂੰ ਵੰਡਦੀ ਹੈ, ਆਪਣੇ ਸ਼ੇਅਰ ਹੋਲਡਰ ਨੂੰ। ਕਿਹਨੂੰ ਵੰਡਦੀ ਹੈ, ਪ੍ਰੋਫਿਟ ਹਮੇਸ਼ਾ ਆਪਣੇ ਸ਼ੇਅਰ ਹੋਲਡਰ ਨੂੰ। ਜਦੋਂ ਵੀ ਸ਼ੇਅਰ ਹੋਲਡਰ ਨੂੰ ਪ੍ਰੋਫਿਟ ਵੰਡੇਗੀ, ਜਦੋਂ ਵੀ ਸ਼ੇਅਰ ਹੋਲਡਰ ਨੂੰ ਪ੍ਰੋਫਿਟ ਵੰਡੇਗੀ ਤੇ ਸ਼ੇਅਰ ਹੋਲਡਰ ਦੇ ਹੱਥ ਵਿੱਚ ਜਦੋਂ ਵੀ ਇਹ ਡਿਵੀਡੈਂਡ ਆਏਗਾ, ਇਹ ਡਿਵੀਡੈਂਡ ਕੀ ਹੋਏਗਾ, ਹਮੇਸ਼ਾ ਟੈਕਸ ਫ੍ਰੀ। ਇਹ ਕੀ ਹੋਏਗਾ, ਹਮੇਸ਼ਾ ਟੈਕਸ ਫ੍ਰੀ। ਠੀਕ ਹੈ ਜੀ, ਲੱਗ ਗਈ ਸਮਝ। ਹੁਣ ਇੱਦਾਂ ਹੀ ਦਿੱਤਾ ਹੋਇਆ ਵਾ ਭਾਰਤੀ ਕੰਪਨੀ ਦੁਆਰਾ ਦਿੱਤੇ ਲਾਭਅੰਸ਼ ਤੋਂ ਆਮਦਨ। ਇਹਦੇ 'ਚ ਵੀ ਇਹੀ ਪੁਆਇੰਟ ਹੈਗਾ ਵੈ, ਕਿਸੇ ਘਰੇਲੂ ਕੰਪਨੀ ਤੋਂ ਪ੍ਰਾਪਤ ਲਾਭਅੰਸ਼, ਲਾਭਅੰਸ਼ ਮਤਲਬ ਡਿਵੀਡੈਂਡ, ਕਿਸੇ SSE ਦੇ ਹੱਥ ਵਿੱਚ ਕਰ ਮੁਕਤ ਹੈ। ਠੀਕ ਹੈ, ਬਸ਼ਰਤੇ ਅਜਿਹੇ ਲਾਭਅੰਸ਼ ਤੋਂ ਪਹਿਲਾਂ ਹੀ ਧਾਰਾ 115O ਦੇ ਅਧੀਨ ਲਾਭਅੰਸ਼ ਵੰਡ ਸਮੇਂ ਕੰਪਨੀ ਦੁਆਰਾ ਲਾਭਅੰਸ਼ ਵੰਡ ਟੈਕਸ ਦੀ ਭੁਗਤਾਨ ਕੀਤਾ ਹੋਵੇ। ਹੋਣਾ ਕੀ ਚਾਹੀਦਾ ਵਾ, ਕੰਪਨੀ ਨੇ ਪਹਿਲੇ ਟੈਕਸ ਭਰਿਆ ਹੋਏਗਾ। ਅਗਰ ਕੰਪਨੀ ਪਹਿਲੇ ਟੈਕਸ ਭਰ ਦਿੰਦੀ ਹੈ ਤੇ ਜਦੋਂ ਵੀ ਸ਼ੇਅਰ ਹੋਲਡਰ ਦੇ ਹੱਥ ਵਿੱਚ ਜਦੋਂ ਵੀ ਉਹ ਡਿਵੀਡੈਂਡ ਆਏਗਾ ਉਹ ਹਮੇਸ਼ਾ ਕੀ ਹੋਏਗਾ, ਐਗਜ਼ੈਂਪਟ। ਉਸ ਤੋਂ ਬਾਅਦ ਆਉਂਦਾ PPF ਤੋਂ ਵਿਆਜ। ਮੈਂ ਤੁਹਾਨੂੰ ਕਰਵਾਇਆ ਸੀ 80C ਵਿੱਚ ਸਾਨੂੰ ਡਿਡਕਸ਼ਨ ਮਿਲਦੀ ਸੀ PPF ਦੀ। ਠੀਕ ਹੈ, ਆਪਾਂ PPF ਵਿੱਚ ਕਿੰਨਾ ਪੈਸਾ ਪਾ ਸਕਦੇ ਸੀ, ਵੱਧ ਤੋਂ ਵੱਧ 1.5 ਲੱਖ ਰੁਪਈਆ। ਠੀਕ ਹੈ, ਮੈਂ ਤੁਹਾਨੂੰ ਇਹ ਗੱਲ ਦੱਸੀ ਸੀ, ਜਦੋਂ ਵੀ ਆਪਾਂ ਇਹਦੇ ਵਿੱਚ ਆਪਾਂ ਪੈਸਾ ਪਾਉਂਦੇ ਹਾਂ ਸਾਨੂੰ ਕੀ ਮਿਲਦਾ, ਇਹਦੇ ਉੱਪਰ ਇੰਟਰਸਟ ਮਿਲਦਾ, ਵਿਆਜ ਮਿਲਦੀ ਹੈ। ਸਾਨੂੰ ਕੀ ਮਿਲਦਾ ਵੈ, ਇੰਟਰਸਟ ਮਿਲਦਾ ਜਾਂ ਵਿਆਜ ਮਿਲਦੀ ਹੈ। ਠੀਕ ਹੈ, ਹੁਣ ਸਰਕਾਰ ਕੀ ਕਹਿੰਦੀ ਹੈ, ਸਰਕਾਰ ਕਹਿੰਦੀ ਹੈ ਜਦੋਂ ਵੀ ਤੁਸੀਂ ਇਹ ਜਿਹੜਾ ਇੰਟਰਸਟ ਹੁੰਦਾ ਵੈ ਜਾਂ ਜਿਹੜਾ ਜਿੰਨੀ ਵੀ ਰਕਮ ਆਪਾਂ PPF ਵਿੱਚ ਪਾਈ ਹੈ, ਜਦੋਂ ਸਾਡਾ ਅਕਾਊਂਟ ਮੈਚਿਓਰ ਹੋ ਜਾਂਦਾ ਵੈ, ਜਦੋਂ ਵੀ ਸਾਡਾ ਅਕਾਊਂਟ ਮੈਚਿਓਰ ਹੋ ਜਾਂਦਾ ਵੈ ਤੇ ਜਦੋਂ ਸਾਡੇ ਹੱਥ 'ਚ ਪੈਸਾ ਆਏਗਾ ਉਸ ਪੈਸੇ ਉੱਪਰ ਕਦੀ ਵੀ ਟੈਕਸ ਨਹੀਂ ਲੱਗੇਗਾ। ਕੀ ਹੋਏਗਾ, ਕਦੀ ਵੀ ਉਸ ਕੀ ਕਹਿੰਦੇ ਹੈ ਪੈਸੇ ਉੱਪਰ ਟੈਕਸ ਕਦੀ ਨਹੀਂ ਲੱਗੇਗਾ। PPF ਦਾ ਅਕਾਊਂਟ ਹੁੰਦਾ ਵਾ 15 ਸਾਲਾਂ ਵਾਸਤੇ। ਠੀਕ ਹੈ, 15 ਸਾਲ ਵਿੱਚ ਤੁਸੀਂ ਪੈਸਾ ਪਾਉਂਦੇ ਗਏ, ਤੁਹਾਨੂੰ ਉਹਦੇ ਉੱਪਰ ਵਿਆਜ ਮਿਲਦੀ ਗਈ। ਜਦੋਂ ਤੁਹਾਡਾ ਅਕਾਊਂਟ ਮੈਚਿਓਰ ਹੋ ਗਿਆ 15 ਸਾਲਾਂ ਬਾਅਦ, ਜਦੋਂ ਵੀ ਤੁਹਾਨੂੰ ਪੈਸਾ ਮਿਲਣ ਲੱਗਾ ਵੈ, ਜਦੋਂ ਵੀ ਤੁਹਾਨੂੰ ਪੈਸਾ ਮਿਲਣ ਲੱਗਾ ਵੈ ਉਸ ਟਾਈਮ 'ਤੇ ਜਿੰਨਾ ਵੀ ਪੈਸਾ ਤੁਹਾਡੇ ਹੱਥ ਵਿੱਚ ਆਏਗਾ, ਭਾਵੇਂ ਉਹ ਪ੍ਰਿੰਸੀਪਲ ਅਮਾਊਂਟ ਹੈ ਜਿੰਨਾ ਪੈਸਾ ਤੁਸੀਂ ਜਮ੍ਹਾਂ ਕਰਾਇਆ, ਪਲੱਸ ਉਹਦੇ ਉੱਪਰ ਤੁਹਾਨੂੰ ਜਿੰਨੀ ਵੀ ਵਿਆਜ ਮਿਲੀ ਹੈ, ਦੋਨਾਂ ਦੇ ਉੱਪਰ ਤੁਹਾਨੂੰ ਕਦੀ ਵੀ ਟੈਕਸ ਨਹੀਂ ਲੱਗੇਗਾ। ਉਹ ਜਿਹੜੀ ਇਨਕਮ ਹੋਏਗੀ ਤੁਹਾਡੀ ਐਗਜ਼ੈਂਪਟ ਹੋਏਗੀ। ਠੀਕ ਹੈ, 7ਵਾਂ ਪੁਆਇੰਟ ਹੈ ਇਕੁਇਟੀ ਸ਼ੇਅਰਾਂ ਦੀ ਵਿਕਰੀ ਦੇ ਲੰਬੇ ਸਮੇਂ ਦੀ ਪੂੰਜੀ ਲਾਭ ਤੋਂ ਟੈਕਸ। ਇਹਨੂੰ ਆਪਾਂ ਕੀ ਕਹਿੰਦੇ ਹਾਂ, ਸਪੋਜ਼ ਕਰੋ ਇਕੁਇਟੀ ਸ਼ੇਅਰਸ ਹੈਗੇ ਆ। ਠੀਕ ਹੈ, ਮੈਂ ਕੀ ਕੀਤਾ, ਕਿਸੇ ਕੰਪਨੀ ਦੇ ਵਿੱਚ ਕਿਸੇ ਕੋਈ ਪੈਸੇ ਲਿੱਤੇ, ਇਕੁਇਟੀ ਸ਼ੇਅਰ ਵਿੱਚ ਪੈਸਾ ਲਾਇਆ ਅਤੇ ਮੈਂ ਉਹਨੂੰ ਲੰਬੇ ਸਮੇਂ ਵਾਸਤੇ ਰੱਖਿਆ। ਲੰਬਾ ਸਮਾਂ ਕਿੰਨੀ ਦੇਰ ਵਾਸਤੇ ਹੁੰਦਾ ਸ਼ੇਅਰਸ ਵਿੱਚ, 1 ਸਾਲ ਤੋਂ ਉੱਪਰ। 1 ਸਾਲ ਤੱਕ ਮੈਂ ਸ਼ੇਅਰ ਨਹੀਂ ਵੇਚੇ। ਠੀਕ ਹੈ, 1 ਸਾਲ ਤੱਕ ਮੈਂ ਸ਼ੇਅਰ ਨਹੀਂ ਵੇਚੇ। ਫਿਰ ਮੈਨੂੰ ਲੱਗਾ ਕਿ ਹਾਂ ਸ਼ੇਅਰ ਦੀ ਵੈਲਿਊ ਵੱਧ ਗਈ ਹੈ। ਉਸ ਤੋਂ ਬਾਅਦ ਮੈਨੂੰ ਲੱਗਦਾ ਵਾ ਕਿ ਹਾਂ ਮੈਨੂੰ ਪ੍ਰੋਫਿਟ ਹੋ ਰਿਹਾ ਵਾ। ਮੈਂ ਕੀ ਕਰਦੀ ਹਾਂ, ਮੈਂ ਸ਼ੇਅਰ ਵੇਚਣ ਚਲੀ ਜਾਂਦੀ ਹਾਂ। ਮੈਂ ਸ਼ੇਅਰ ਵੇਚੀ ਆ, ਮੈਂ 10,000 ਦੇ ਸ਼ੇਅਰ ਲਿੱਤੇ, 10,000 ਦੇ ਸ਼ੇਅਰ ਲੈ ਕੇ ਮੈਂ 17,000 ਦੇ ਵੇਚਤੇ। ਮੈਨੂੰ ਪ੍ਰੋਫਿਟ ਕਿੰਨਾ ਹੋਇਆ, 7,000 ਰੁਪਈਆ। ਜਦੋਂ ਮੈਨੂੰ 7,000 ਰੁਪਈਆ ਪ੍ਰੋਫਿਟ ਹੋਇਆ, ਉਸ 7,000 ਦੇ ਉੱਪਰ ਮੈਨੂੰ ਟੈਕਸ ਨਹੀਂ ਲੱਗੇਗਾ, ਮੈਨੂੰ ਟੈਕਸ ਨਹੀਂ ਲੱਗੇਗਾ। ਸ਼ਰਤ ਕੀ ਹੋਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਉਹ ਸ਼ੇਅਰਸ ਹੈਗੇ ਹੈ ਕੀ ਗਾ ਵੈ 1 ਸਾਲ ਤੋਂ ਵੱਧ ਸਮੇਂ ਵਾਸਤੇ ਮੈਂ ਆਪਣੇ ਕੋਲ ਰੱਖੇ ਹੋਣੇ ਚਾਹੀਦੇ ਆ। ਠੀਕ ਹੈ ਜੀ, ਹੁਣ ਕੀ ਹੈ ਅੱਗੇ ਬੱਚਤ ਅਤੇ ਵਿਆਜ। ਹੁਣ ਹੁੰਦਾ ਕੀ ਹੈ, ਅਸੀਂ ਆਪਣੇ ਬੈਂਕਾਂ ਵਿੱਚ ਅਕਾਊਂਟ ਖੁੱਲ੍ਹਵਾਉਂਦੇ ਹਾਂ। ਜਦੋਂ ਵੀ ਅਸੀਂ ਆਪਣੇ ਬੈਂਕਾਂ ਵਿੱਚ ਅਕਾਊਂਟ ਖੁੱਲ੍ਹਵਾਉਂਦੇ ਹਾਂ, ਜਦੋਂ ਵੀ ਅਸੀਂ ਆਪਣੇ ਬੈਂਕਾਂ ਵਿੱਚ ਅਕਾਊਂਟ ਖੁੱਲ੍ਹਵਾਉਂਦੇ ਹਾਂ ਅਤੇ ਸਾਨੂੰ ਉਹਦੇ 'ਤੇ ਵਿਆਜ ਮਿਲਦੀ ਹੈ। ਠੀਕ ਹੈ, ਜਦੋਂ ਸਾਨੂੰ ਉਹਦੀ ਵਿਆਜ ਮਿਲਦੀ ਹੈ, ਠੀਕ ਹੈ, ਅਤੇ ਸਾਨੂੰ ਉਹਦੇ ਵਿਆਜ ਉੱਪਰ ਛੂਟ ਮਿਲਦੀ ਹੈ ਅੰਡਰ ਸੈਕਸ਼ਨ TTA, ਅੰਡਰ ਸੈਕਸ਼ਨ 80 TTA। ਮੈਕਸੀਮਮ ਕਿੰਨੀ, 10,000 ਤੱਕ ਦੀ। ਮੈਕਸੀਮਮ ਕਿੰਨੀ, 10,000 ਤੱਕ ਦੀ। ਅਗਰ 10,000 ਤੋਂ ਵੱਧ ਵਿਆਜ ਸਾਨੂੰ ਮਿਲ ਰਿਹਾ ਵੈ ਅਤੇ ਸਾਨੂੰ ਉਹਦੇ ਉੱਪਰ ਸਿਰਫ 10,000 ਤੱਕ ਦੀ ਛੂਟ ਮਿਲੇਗੀ, ਇਸ ਤੋਂ ਵੱਧ ਛੂਟ ਨਹੀਂ ਮਿਲੇਗੀ। ਠੀਕ ਹੈ, ਇਹ ਕਿਹੜਾ ਹੋਣਾ, ਅਕਾਊਂਟ ਹੋਣਾ ਚਾਹੀਦਾ ਤੁਹਾਡਾ ਸੇਵਿੰਗ ਅਕਾਊਂਟ ਹੋਣਾ ਚਾਹੀਦਾ ਵਾ। ਅਗਰ ਤੁਸੀਂ ਸਪੋਜ਼ ਕਰੋ ਕੋਈ FD ਕਰਵਾਈ ਹੈ, FD ਉੱਪਰ ਤੁਹਾਨੂੰ ਵਿਆਜ ਮਿਲ ਰਿਹਾ ਅਤੇ ਉਹਦੇ ਉੱਪਰ ਤੁਹਾਨੂੰ ਟੈਕਸ ਲੱਗੇਗਾ। ਲੇਕਿਨ ਅਗਰ ਤੁਸੀਂ ਸੇਵਿੰਗ ਅਕਾਊਂਟ ਖੁੱਲ੍ਹਵਾਇਆ ਅਤੇ ਸੇਵਿੰਗ ਅਕਾਊਂਟ ਵਿੱਚ ਕੀ ਕਹਿੰਦੇ ਆ, ਅਗਰ ਤੁਹਾਨੂੰ ਵਿਆਜ ਮਿਲ ਰਹੀ ਹੈ
तो मैक्सीमम तुहानू 10,000 तक की छूट मिलेगी। यदि मैं तुहानू बेस्ट एग्जाम्पल देनी हाँ, इधर देखो जिवें सपोज करो मैं हैगी हाँ मिसिस के, ठीक है, मेरा स्टेट बैंक भी अकाउंट है, मेरा PNB भी अकाउंट है, मेरा HDFC भी अकाउंट है, तो मेरा एक्सिस भी अकाउंट है, ठीक है। ये 4 बैंकों मेरा खाता है। इत्थों मैनू ब्याज आई 10,000 रुपया, इत्थों मैनू ब्याज आई 15,000 रुपया, इत्थों मैनू ब्याज आई 5,000 रुपया, इत्थों मैनू ब्याज आई 2,000 रुपये, ठीक है। चाहे हर जगह मेरे खाते है, ठीक है। किहड़े खाते है? सेविंग अकाउंट, सेविंग अकाउंट के खाते। ए मैनू की मिल रहा है? इंटरस्ट मिल रहा, ठीक है। ए मैनू की मिल रहा है? इंटरस्ट मिल रहा इस अकाउंट्स उपर, ठीक है। हुण मैनू पूरे साल विच मेरे अकाउंट जिन्ने भी बैंक होणगे, जिन्ने भी बैंक होणगे उन्हां विच कितना हर पूरे साल विच किन्नी इंटरस्ट मैनू मिलिया? 10,000 एक मिलिया, 15,000 एक मिलिया, 5,000 एक मिलिया, 30,000 हो गया, तो 2,000 एक मिलिया। टोटल मैनू कितना ब्याज मिलिया? 32,000। तो मैनू मैक्सीमम डिडक्शन कितनी मिलनी है अंडर सैक्शन 80TTA? 10,000। 10,000 छोड़ के बाकी जो 22,000 है यह मेरा इनकम फ्रॉम अदर सोर्सिज चला जाएगा, तो मैनू 22,000 उपर की लगेगा? टैक्स लगेगा, ठीक है। हुण सपोज करो मेरा अकाउंट है SBI, यही मेरा अकाउंट है SBI, PNB, HDFC, एक्सिस, ठीक है जी। 4 जगह मेरा अकाउंट है। SBI चो मैनू मिलिया 2,000 रुपया, PNB चो मैनू मिलिया 3,000 रुपया, HDFC च मैनू मिलिया 1,000 रुपया, तो एक्सिस च मैनू मिलिया 1,000 रुपया। टोटल कितना मिल गया? 2 ते 3 5 6 ते 1, टोटल कितना हो गया? 7,000 रुपया मैनू इंटरस्ट मिलिया। हुण मैं की किया, मैनू डिडक्शन की मिलेगी अंडर सैक्शन 80TTA विच? 10,000 या जिन्ना मेरा इंटरस्ट है दोनों चो जिहड़ी भी रकम घट होएगी। 7,000 रुपया मैनू इनकम हुई, उहदे विचों मैनू अंडर सैक्शन 80TTA विच कितनी डिडक्शन मिल जाएगी? 7,000। तो मतलब मेरी कोई भी इनकम फ्रॉम अदर सोर्सिज विच कोई भी इनकम नहीं आएगी, उन्होंने आपां की कहांगे यह की है? निल, ठीक है बेटा, लग गया समझ? तुहानू वध तो वध 10,000 रुपया या जिन्ना भी तुहाडा इंटरस्ट होएगा दोनों चों जिहड़ी भी रकम घट होएगी उन्होंने आपां की करांगे अंडर सैक्शन 80TTA विच माइनस करांगे, ठीक है जी। इस दे नाल ही तुहाडा जिहड़ा यह चैप्टर हैगा वै एग्जाम्पटेड इनकम का यह खत्म हो जाता है, ठीक है। तो इस चैप्टर नू बेटा रिवाइज करके मैनू दसना, अगर कोई प्रॉब्लम आएगी तो मैनू पूछना। थैंक यू।